Do you guys know task 1 is as important as your task 2? Guys, task 1 for academic students ਆਪਾਂ already discuss ਕਰ ਚੁੱਕੇ ਹਾਂ and in this video we are going to discuss task 1 for the GT students, for the general training students. Hello everyone, this is Parneet. I hope you all are doing good. I know ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟਾਸਕ 1 ਦੇ ਵਿੱਚ for the GT students separate ਚੀਜ਼ ਆਉਂਦੀ ਹੈ, that is letters. Letter writing ਸਾਨੂੰ ਆਉਂਦੀ ਹੈ, but how to write letters? What are the types of letters and what is the exact format of letter? So guys, this video is particularly for the beginners ਜਿਨ੍ਹਾਂ ਨੇ ਹੁਣੇ IELTS ਕਰਨਾ ਸਟਾਰਟ ਕੀਤਾ ਹੈ, ਜਿਨ੍ਹਾਂ ਨੇ ਸੋਚਿਆ ਕਿ ਮੈਂ IELTS ਲਈ prepare ਕਰਨਾ, and if you are a GT student. But if you are not a beginner, ਕਰਦੇ ਵੀ ਸਾਡੇ ਮਨ ਦੇ ਵਿੱਚ ਕਈ ਵਾਰ ਬਹੁਤ ਡਾਊਟਸ ਆਉਂਦੇ ਨੇ, ਲਾਈਕ ਮੈਂ ਫਸਟ ਟਾਈਮ ਐਗਜ਼ਾਮ ਦਿੱਤਾ, ਸੈਕਿੰਡ ਟਾਈਮ ਦਿੱਤਾ, ਮੇਰਾ ਡਿਜ਼ਾਇਰਡ ਬੈਂਡ ਸਕੋਰ ਨਹੀਂ ਆਇਆ ਰਾਈਟਿੰਗ ਦੇ ਵਿੱਚ, ਫਿਰ ਵੀ ਸਾਡੇ ਮਨ ਦੇ ਵਿੱਚ ਡਾਇਲੇਮਾ ਹੁੰਦਾ that whether I am doing the right preparation or not. So don't worry guys, today I am going to solve all these queries regarding letters in GT for the task 1. First of all, letter writing on the GT ਦੇ ਵਿੱਚ, that we all are might aware है ना. Now what about the word limit? Word limit ਉੱਥੇ ਲਿਖਿਆ ਹੀ ਹੁੰਦਾ, instructions ਦੇ ਵਿੱਚ ਦਿੱਤਾ ਹੁੰਦਾ, like you should write at least 150 words. Means 150 words ਤਾਂ ਘੱਟੋ ਘੱਟ ਲਿਖ ਕੇ ਹੀ ਆਉਣੇ ਆ. ਜੇ 150 words ਤੋਂ ਘੱਟ ਲਿਖ ਕੇ ਆਉਂਗੇ, you'll definitely get a penalty. Desired band score ਨਹੀਂ ਆਏਗਾ, band score deduct ਹੋ ਜਾਏਗਾ. So my recommendation for you guys as GT students ਕੀ ਹੁੰਦੇ ਨੇ, already professionals ਹੁੰਦੇ ਨੇ. GT students ਜ਼ਿਆਦਾਤਰ ਕਿਸ ਚੀਜ਼ ਦੇ ਲਈ compete ਕਰਦੇ ਨੇ, for the immigration purpose, ਹੈ ਨਾ. ਤਾਂ ਤੁਸੀਂ already professional ਹੋ, ਤਾਂ ਤੁਸੀਂ ਇੰਨੀ ਕੁ word limit ਲਿਖ ਕੇ ਆ ਸਕਦੇ ਹੋ, like you should write 180 to 200 words. And 200 words maximum ਤੱਕ ਆਪਣੀ ਇੱਕ ਲੈਟਰ ਬਹੁਤ ਵਧੀਆ ਲਿਖੀ ਜਾਂਦੀ ਹੈ. ਇਸ ਤੋਂ ਜ਼ਿਆਦਾ ਲਿਖਣ ਦੇ ਲਈ ਆਪਾਂ ਲਿਖ ਸਕਦੇ ਹਾਂ, no worries. ਬਟ ਸਾਡੇ ਕੋਲ ਟਾਈਮ ਨਹੀਂ ਹੈ, ਵੀ ਹੈਵ ਟਾਈਮ ਕਨਸਟ੍ਰੇਂਟਸ, ਬਿਕਾਜ਼ ਅਸੀਂ ਉਸ ਤੋਂ ਬਾਅਦ ਟਾਸਕ 2 ਨੂੰ ਵੀ ਪਰਫਾਰਮ ਕਰਨਾ ਹੈ, ਤੇ ਜਿਹਦੇ ਉੱਪਰ ਸਾਡਾ ਬਹੁਤ ਜ਼ਿਆਦਾ ਐਨਰਜੀ ਐਂਡ ਟਾਈਮ ਸਾਡਾ ਉਸ ਤੇ ਲੱਗਣ ਵਾਲਾ ਹੀ ਹੈ ਨਾ. ਸੋ ਗਾਇਜ਼, ਇਟਸ ਵੈਰੀ ਸਿਗਨੀਫਿਕੈਂਟ ਕਿ ਤੁਸੀਂ ਸਟਾਰਟਿੰਗ ਤੋਂ ਹੀ ਫਰਮ ਦ ਵੈਰੀ ਫਰਸਟ ਡੇ ਆਫ ਪ੍ਰਿਪਰੇਸ਼ਨ, ਜਾਂ ਫਿਰ ਮੈਂ ਕਹਾਂ ਸੈਕਿੰਡ ਥਰਡ ਡੇ ਤੋਂ ਹੀ, ਜਦੋਂ ਤੁਹਾਨੂੰ ਕਨਸੈਪਟ ਕਲੀਅਰ ਆ ਗਿਆ, ਉਸ ਤੋਂ ਹੀ ਇੱਕ ਮਾਈਂਡ ਸੈਟ ਬਣਾ ਲਓ ਕਿ ਮੈਂ ਇੰਨੀ ਵਰਡ ਲਿਮਿਟ ਲਿਖ ਕੇ ਆਉਣੀ ਹੈ, ਠੀਕ ਹੈ. ਐਂਡ ਗਾਇਜ਼, ਜਦੋਂ ਵੀ ਤੁਸੀਂ ਲਿਖਦੇ ਹੋ, ਲਿਖਣਾ ਸਟਾਰਟ ਕਰਦੇ ਹੋ, ਕਦੇ ਵੀ ਸਿੰਪਲ ਨੋਟਬੁੱਕ ਤੇ ਨਾ ਲਿਖੋ. ਦੈਟਸ ਅ ਇੰਪੋਰਟੈਂਟ ਟਿਪ ਫॉर ਯੂ ਗਾਇਜ਼. ਹਮੇਸ਼ਾ ਕੀ ਕਰੋ, ਜਿਹੜੀਆਂ ਆਫੀਸ਼ੀਅਲ ਸ਼ੀਟਸ ਆਉਂਦੀਆਂ ਨੇ ਨਾ, ਲਾਈਕ ਜਿਸ ਤਰ੍ਹਾਂ ਦੀਆਂ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲਣਗੀਆਂ, ਉਸ ਤਰ੍ਹਾਂ ਦੀਆਂ ਹੀ ਤੁਸੀਂ ਸ਼ੀਟਸ ਦੇ ਉੱਪਰ ਲਿਖੋ. ਅਗਰ ਤੁਸੀਂ ਕਿਸੇ ਇੰਸਟੀਟਿਊਟ ਤੋਂ ਤਿਆਰੀ ਕਰ ਰਹੇ ਹੋ ਤਾਂ ਉਹਨਾਂ ਤੋਂ ਤੁਸੀਂ ਪੁੱਛੋ ਕਿ ਸਾਨੂੰ ਸ਼ੀਟਸ ਪ੍ਰੋਵਾਈਡ ਕਰੋ. ਵੈਸੇ ਜ਼ਿਆਦਾਤਰ ਇੰਸਟੀਟਿਊਟਸ ਪ੍ਰੋਵਾਈਡ ਕਰਦੇ ਹੀ ਕਰਦੇ ਨੇ, ਬਟ ਅਗਰ ਨਹੀਂ ਕਰ ਰਹੇ ਤਾਂ IDP ਦੀ ਆਫੀਸ਼ੀਅਲ ਸਾਈਟਸ ਤੇ ਤੁਸੀਂ ਜਾਓਗੇ ਤਾਂ ਉੱਥੇ ਸ਼ੀਟਸ ਦਾ ਸੈਂਪਲ ਪ੍ਰੋਵਾਈਡ ਹੁੰਦਾ, ਉਸ ਨੂੰ ਤੁਸੀਂ ਫੋਟੋਕਾਪੀ ਕਰਵਾ ਸਕਦੇ ਹੋ ਐਂਡ ਉਸ ਤੇ ਹੀ ਪ੍ਰਿਪੇਅਰ ਕਰਨਾ ਸਟਾਰਟ ਕਰੋ. ਉਸ ਤੋਂ ਕੀ ਹੋਏਗਾ, ਜਦੋਂ ਤੁਸੀਂ ਪ੍ਰਿਪਰੇਸ਼ਨ ਕਰੋਗੇ ਨਾ, ਤਾਂ ਵਰਡ ਲਿਮਿਟ ਉਸ ਟਾਈਮ ਤੁਸੀਂ ਕਾਊਂਟ ਕਰ ਸਕਦੇ ਹੋ ਐਂਡ ਤੁਹਾਨੂੰ ਆਈਡੀਆ ਹੋ ਜਾਏਗਾ, ਅਗਰ ਮੈਂ ਇੰਨੀ ਲੈਂਥ ਤੇ ਲਿਖ ਕੇ ਆਊਂਗਾ ਤਾਂ ਮੇਰੀ ਇੰਨੀ ਵਰਡ ਲਿਮਿਟ ਹੋ ਜਾਏਗੀ. ਸੋ ਤੁਹਾਡਾ ਪੇਪਰ ਦੇ ਵਿੱਚ, ਫਾਈਨਲ ਐਗਜ਼ਾਮ ਦੇ ਵਿੱਚ ਪ੍ਰੈਸ਼ੀਅਸ ਟਾਈਮ ਵੇਸਟ ਨਹੀਂ ਹੋਏਗਾ, ਹੈ ਨਾ. ਤੁਹਾਨੂੰ ਵਰਡ ਲਿਮਿਟ ਕਾਊਂਟ ਨਹੀਂ ਕਰਨੀ ਪਏਗੀ, ਤੁਹਾਨੂੰ ਆਲਰੇਡੀ ਇੱਕ ਆਈਡੀਆ ਹੋਏਗਾ. ਫਾਈਨ. ਨਾਓ word limit ਅਸੀਂ ਲਿਖ ਲਈ ਨਾ. what about the time? as we know, total 60 minutes ਹੁੰਦੇ ਨੇ, ਜਿਹਦੇ ਵਿੱਚ ਅਸੀਂ 20-40 ਦਾ ਟਾਰਗੇਟ ਕਰ ਲੈਂਦੇ ਹਾਂ, ਹੈ ਨਾ. 40 minutes ਟਾਸਕ 2 ਨੂੰ ਦਿੰਦੇ ਐਂਡ 20 ਅਸੀਂ ਰੱਖ ਲੈਂਦੇ for the task 1. ਬਟ ਬਿਲੀਵ ਮੀ ਗਾਈਜ਼, ਲੈਟਰ ਰਾਈਟਿੰਗ ਦੇ ਵਿੱਚ 20 minutes ਡਿਵੋਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ. ਲੈਟਰ ਈਜ਼ੀਲੀ ਪਹਿਲਾਂ ਹੀ ਅਸੀਂ ਕੰਪਲੀਟ ਕਰ ਸਕਦੇ ਹਾਂ ਇਨ 15 to 17 minutes. ਤਾਂ ਤੁਸੀਂ 15 minutes ਦੇ ਵਿੱਚ ਲੈਟਰ ਨੂੰ ਕੰਪਲੀਟ ਕਰਨਾ ਹੀ ਕਰਨਾ ਬਾਈ ਐਨੀ ਹਾਊ. ਉਸ ਤੋਂ ਬਾਅਦ ਤੁਸੀਂ 2 minutes ਕਿਸ ਦੇ ਲਈ ਰੱਖਣੇ ਨੇ, ਫॉर ਪ੍ਰੂਫ ਰੀਡਿੰਗ. ਐਂਡ ਪ੍ਰੂਫ ਰੀਡਿੰਗ ਮੈਂ ਹਮੇਸ਼ਾ ਕਹਿੰਦੀ ਹਾਂ, ਦੈਟਸ ਅ ਮਸਟ ਕਾਈਂਡ ਆਫ ਥਿੰਗ. ਅਗਰ ਤੁਸੀਂ ਲੈਟਰ ਲਿਖ ਕੇ ਪ੍ਰੂਫ ਰੀਡਿੰਗ ਨਹੀਂ ਕੀਤੀ, ਜਾਂ ਫਿਰ ਐਸੇ ਲਿਖ ਕੇ ਪ੍ਰੂਫ ਰੀਡਿੰਗ ਨਹੀਂ ਕੀਤੀ, ਤਾਂ ਉਹ ਸਾਰੇ ਦਾ ਸਾਰਾ 1 hour ਤੁਹਾਡਾ ਵੇਸਟ ਹੀ ਸਮਝੋ. ਬਿਕਾਜ਼ ਕਈ ਵਾਰ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ, ਹੈ ਨਾ. ਟਾਈਪੋਲੋਜੀਕਲ ਐਰਰਸ ਹੋ ਜਾਂਦੀਆਂ ਨੇ, ਜਾਂ ਫਿਰ ਜਲਦੀ ਦੇ ਵਿੱਚ ਅਸੀਂ ਕੋਈ ਹੋਰ ਮਿਸਟੇਕ ਕਰ ਦਿੰਦੇ ਹਾਂ. ਕਈ ਵਾਰ ਸਾਨੂੰ ਬੋਲ ਕੇ ਲਿਖਣ ਦੀ ਆਦਤ ਹੁੰਦੀ ਹੈ, ਕਈ ਵਰਡ ਸਾਡੇ ਮੂੰਹ 'ਚ ਰਹਿ ਜਾਂਦੇ ਨੇ, ਅਸੀਂ ਲਿਖ ਨਹੀਂ ਪਾਉਂਦੇ, ਹੈ ਨਾ. ਤਾਂ ਉਸ ਤਰ੍ਹਾਂ ਦੀਆਂ ਮਿਸਟੇਕਸ ਨੂੰ ਰੈਕਟੀਫਾਈ ਕਰਨ ਦੇ ਲਈ ਪ੍ਰੂਫ ਰੀਡਿੰਗ ਇਜ਼ ਮਸਟ, ਠੀਕ ਹੈ. ਘੱਟ ਲਿਖ ਲਓ ਬਟ ਪ੍ਰੂਫ ਰੀਡਿੰਗ ਜ਼ਰੂਰ ਕਰਕੇ ਆਓ. ਫਾਈਨ. ਨਾਓ word limit ਹੋ ਗਈ, ਟਾਈਮ ਹੋ ਗਿਆ. ਨਾਓ what about letters? what are the types of letters? letters guys 3 ਤਰ੍ਹਾਂ ਦੀਆਂ ਹੁੰਦੀਆਂ ਨੇ, formal letter, semi formal letter and informal letter. now it is very important ਹੈ ਨਾ, to know the exact type of letter, because ਅਗਰ ਤੁਹਾਨੂੰ ਟਾਈਪ ਕਲੀਅਰ ਨਹੀਂ ਹੋਏਗੀ ਤਾਂ ਤੁਸੀਂ ਸੈਲੂਟੇਸ਼ਨ ਦੇ ਵਿੱਚ ਸਟਾਰਟਿੰਗ ਤੇ ਐਂਡ ਜਿਹੜਾ ਲੈਟਰ ਦਾ ਕਰੋਗੇ, ਜਾਂ ਫਿਰ ਮੈਂ ਕਹਾਂ BPs ਦੇ ਵਿੱਚ ਵੀ ਜੋ ਚੀਜ਼ਾਂ ਤੁਸੀਂ ਲਿਖ ਕੇ ਆਓਗੇ, ਉਹ ਸਾਰੇ ਦਾ ਸਾਰਾ ਗਲਤ ਲਿਖ ਦੋਗੇ. ਤੁਹਾਡਾ ਟਾਸਕ ਰਿਸਪੌਂਸ ਅਚੀਵ ਨਹੀਂ ਹੋਏਗਾ. ਟਾਸਕ ਰਿਸਪੌਂਸ ਮਾਰਕਿੰਗ ਕ੍ਰਾਈਟੇਰੀਆ ਦੇ ਵਿੱਚ ਫਸਟ ਪੁਆਇੰਟ ਹੁੰਦਾ. ਅਗਰ ਤੁਹਾਨੂੰ ਮਾਰਕਿੰਗ ਕ੍ਰਾਈਟੇਰੀਆ ਨਹੀਂ ਕਲੀਅਰ ਹੈ, ਉਸ ਦੀ ਵੀ ਮੈਂ ਆਲਰੇਡੀ ਵੀਡੀਓ ਬਣਾ ਚੁੱਕੀ ਹਾਂ. ਐਂਡ ਬਿਲੀਵ ਮੀ ਗਾਈਜ਼, ਆਇਲ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ
प्लीज़ इट्स अ हंबल रिक्वेस्ट एक बार मार्किंग क्राइटेरिया वाली वीडियो जरूर वॉच करो। वो वॉच करके ਤੁਹਾਨੂੰ ਬਹੁਤ ਜ਼ਿਆਦਾ ਤੁਹਾਡੇ ਡਾਊਟਸ ਕਲੀਅਰ ਹੋ ਜਾਣਗੇ। ਤੁਹਾਨੂੰ ਪਤਾ ਚੱਲੇਗਾ ਕਿ ਕਿਸ ਚੀਜ਼ ਦੇ ਲਈ ਤੁਸੀਂ ਪ੍ਰਿਪੇਅਰ ਕਰਨਾ, ਕਿ ਇਹ ਚੀਜ਼ ਤੁਸੀਂ ਅਦਰਵਾਈਜ਼ ਕੀ ਹੁੰਦਾ ਆਪਾਂ ਨੂੰ ਜਿਵੇਂ ਕੋਈ ਦੱਸੇ ਜਾਂਦਾ ਆਪਾਂ ਪ੍ਰਿਪੇਅਰ ਕਰਦੇ ਰਹਿੰਦੇ ਹਾਂ ਬਟ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਔਨ what basis we are going to judge in the final exam। ਉਹ ਡਾਊਟਸ ਤੁਹਾਡੇ ਉੱਥੇ ਕਲੀਅਰ ਹੋ ਜਾਣਗੇ। I'll put the link in the description box, so don't forget to check, okay? And guys ਇਸ ਦੇ ਨਾਲ ਇੱਕ ਹੰਬਲ ਰਿਕੁਐਸਟ ਵੀ ਹੈ, ਜੇ ਤੁਹਾਨੂੰ ਵੀਡੀਓਜ਼ ਹੈਲਪਫੁਲ ਐਂਡ ਯੂਜ਼ਫੁਲ ਲੱਗਦੀਆਂ, ਮੇਰੇ ਪੜਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਦਾ, ਤੁਹਾਨੂੰ ਸਮਝ ਆਉਂਦਾ, ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਹਿਟ ਦ ਲਾਈਕ ਬਟਨ। ਓਕੇ ਨਾਓ ਫਸਟ ਟਾਈਪ ਇਜ਼ ਦ ਫਾਰਮਲ। ਦੇਖੋ ਫਾਰਮਲ ਲੈਟਰ ਉਹ ਵਾਲੀ ਲੈਟਰ ਹੁੰਦੀ ਹੈ ਜਿਹੜੀ ਉਸ ਪਰਸਨ ਨੂੰ ਲਿਖੀ ਜਾਂਦੀ ਹੈ ਜਿਹਨੂੰ ਅਸੀਂ ਕਦੇ ਵੀ ਮਿਲੇ ਨਹੀਂ, ਬਟ ਉਹ ਪਰਸਨ ਹਾਇਰ ਡੈਜ਼ਿਗਨੇਸ਼ਨ ਤੇ ਹੈ, ਮੀਨਸ ਇੱਕ ਉੱਚੇ ਰੈਂਕ ਤੇ ਹੈ, ਠੀਕ ਹੈ। ਇਹ ਲੈਟਰ ਉਹਨੂੰ ਲਿਖੀ ਜਾਂਦੀ ਹੈ ਜਿਹੜਾ ਅਨਨੋਨ ਪਰਸਨ ਹੈ ਐਂਡ ਅਸੀਂ ਉਹਨੂੰ ਕਦੇ ਵੀ ਨਹੀਂ ਮਿਲੇ, we have never met to that person, but ਉਹ ਪਰਸਨ ਹਾਇਰ ਡੈਜ਼ਿਗਨੇਸ਼ਨ ਤੇ ਹੁੰਦਾ ਹੈ, ਠੀਕ ਹੈ। ਪ੍ਰੋਫੈਸ਼ਨਲਸ ਨੂੰ ਲਿਖੀ ਜਾਂਦੀ ਹੈ ਇਹ ਵਾਲੀ, ਠੀਕ ਹੈ, ਲੈਟਰ ਹੁੰਦੀ ਹੈ ਜਿਹੜੀ ਫਾਰਮਲ ਲੈਟਰ। ਸੈਕਿੰਡ ਇਜ਼ ਸੈਮੀ ਫਾਰਮਲ ਲੈਟਰ। ਸੈਮੀ ਫਾਰਮਲ ਲੈਟਰ ਉਸ ਪਰਸਨ ਨੂੰ ਤਾਂ ਲਿਖੀ ਜਾਂਦੀ ਹੈ ਜਿਹੜਾ ਹਾਇਰ ਡੈਜ਼ਿਗਨੇਸ਼ਨ ਤੇ ਹੁੰਦਾ ਹੈ, ਹਾਊਐਵਰ ਉਹ ਪਰਸਨ ਸਾਡੇ ਲਈ ਆਲਰੇਡੀ ਨੋਨ ਹੁੰਦਾ ਹੈ, ਠੀਕ ਹੈ। ਨੋਨ ਪਰਸਨ ਨੂੰ ਲਿਖੀ ਜਾਂਦੀ ਹੈ, ਆਲਰੇਡੀ ਅਸੀਂ ਮੈਟ ਕਰ ਚੁੱਕੇ ਹਾਂ ਜਾਂ ਸਾਨੂੰ ਨੋਨ ਹੁੰਦਾ ਹੈ। ਲਾਈਕ ਸਕੂਲ ਪ੍ਰਿੰਸੀਪਲ ਅਗਰ ਮੈਂ ਕਹਾਂ, ਸਕੂਲ ਪ੍ਰਿੰਸੀਪਲ ਨੂੰ ਅਸੀਂ ਫਾਰਮਲ ਲੈਟਰ ਨਹੀਂ ਲਿਖਾਂਗੇ, ਅਸੀਂ ਸੈਮੀ ਫਾਰਮਲ ਲੈਟਰ ਲਿਖਾਂਗੇ ਕਿਉਂਕਿ ਅਸੀਂ ਉਸਨੂੰ ਜਾਣਦੇ ਹਾਂ, ਠੀਕ ਹੈ। ਇਸ ਦੇ ਨਾਲ ਅਗਰ ਮੈਂ ਕਹਾਂ ਕਿਸੇ ਨਿਊਜ਼ਪੇਪਰ ਦੇ ਐਡੀਟਰ ਨੂੰ ਲੈਟਰ ਲਿਖਣਾ ਹੈ, ਉਸਨੂੰ ਅਸੀਂ ਕਦੇ ਵੀ ਨਹੀਂ ਮਿਲੇ, ਉਹ ਹਾਇਰ ਡੈਜ਼ਿਗਨੇਸ਼ਨ ਤੇ ਵੀ ਹੈ, ਤਾਂ ਉਸਨੂੰ ਫਾਰਮਲ ਲੈਟਰ ਲਿਖਾਂਗੇ, ਨਾਟ ਸੈਮੀ ਫਾਰਮਲ, ਠੀਕ ਹੈ। ਸੈਮੀ ਫਾਰਮਲ ਵਾਲਾ ਬੰਦਾ ਨੋਨ ਹੁੰਦਾ ਹੈ, ਆਲਰੇਡੀ ਮੈਟ ਹੁੰਦਾ ਹੈ, ਹਾਇਰ ਡੈਜ਼ਿਗਨੇਸ਼ਨ ਤੇ ਹੁੰਦਾ ਹੈ। ਐਂਡ ਇਫ ਯੂ ਆਰ ਰਾਈਟਿੰਗ ਅ ਲੈਟਰ ਟੂ ਯੋਰ ਕਲੀਗਸ, ਇਹ ਬਹੁਤ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਗਾਈਜ਼। ਕਲੀਗਸ ਨੂੰ ਸਾਨੂੰ ਕੀ ਹੁੰਦਾ, ਕਈ ਵਾਰ ਸਾਨੂੰ ਇਹ ਹੁੰਦਾ ਕਿ ਸਾਡੇ ਨਾਲ ਹੀ ਕੰਮ ਕਰਦੇ ਨੇ, ਸਾਡੀ ਬਹੁਤ ਵਧੀਆ ਜਾਣ ਪਛਾਣ ਹੈ, ਅਸੀਂ ਫਰੈਂਕ ਆ, ਤਾਂ ਅਸੀਂ ਉਹਨਾਂ ਨੂੰ ਇਨਫਾਰਮਲ ਕੈਟਾਗਰੀ ਦੇ ਵਿੱਚ ਕਾਊਂਟ ਕਰ ਲੈਂਦੇ ਹਾਂ, ਬਟ ਨੋ, ਕਲੀਗਸ ਹਮੇਸ਼ਾ ਸੈਮੀ ਫਾਰਮਲ ਦੇ ਵਿੱਚ ਆਉਂਦੇ ਨੇ, ਠੀਕ ਹੈ। ਥਰਡ ਇੰਪੋਰਟੈਂਟ ਟਾਈਪ ਇਜ਼ ਦ ਇਨਫਾਰਮਲ ਲੈਟਰ। ਇਨਫਾਰਮਲ ਲੈਟਰ ਤਾਂ ਸਾਨੂੰ ਪਤਾ ਹੀ ਹੈ ਕਿਸ ਨੂੰ ਲਿਖਣੀ ਹੈ, ਉਹ ਪਰਸਨ ਜਿਹੜਾ ਸਾਡੇ ਲਈ ਵੈਲ ਨੋਨ ਹੈ, ਬਹੁਤ ਜ਼ਿਆਦਾ ਫਰੈਂਕ ਹੈ, ਲਾਈਕ ਸਾਡੇ ਫਰੈਂਡਸ, ਫੈਮਿਲੀ ਮੈਂਬਰਸ, ਕਜ਼ਨਸ, ਰਿਲੇਟਿਵਸ, ਨੇਬਰਸ, ਉਹ ਸਾਰੇ ਬੰਦੇ ਜਿਨ੍ਹਾਂ ਦੇ ਨਾਲ ਅਸੀਂ ਫਰੈਂਕ ਹਾਂ, ਠੀਕ ਹੈ। ਸੋ ਦੇयर ਆਰ 3 ਟਾਈਪਸ ਆਫ ਲੈਟਰ। ਤੁਹਾਨੂੰ ਪਹਿਲਾਂ ਤੋਂ ਹੀ ਕਲੈਰਿਟੀ ਹੋਣੀ ਚਾਹੀਦੀ ਹੈ, ਫਾਰਮਲ, ਸੈਮੀ ਫਾਰਮਲ, ਇਨਫਾਰਮਲ। ਫਾਰਮਲ ਕਿਸ ਨੂੰ ਲਿਖਣੀ ਹੈ, ਉਹ ਪਰਸਨ ਜਿਹੜਾ ਹਾਇਰ ਡੈਜ਼ਿਗਨੇਸ਼ਨ ਤੇ ਹੈ ਬਟ ਅਸੀਂ ਉਸਨੂੰ ਕਦੇ ਵੀ ਨਹੀਂ ਮਿਲੇ, ਪ੍ਰੋਫੈਸ਼ਨਲ ਹੈ। ਨੰਬਰ 2 ਇਜ਼ ਸੈਮੀ ਫਾਰਮਲ ਲੈਟਰ। ਉਸਨੂੰ ਲਿਖੀ ਜਾਂਦੀ ਹੈ ਜਿਹਨੂੰ ਅਸੀਂ ਆਲਰੇਡੀ ਮੈਟ ਕਰ ਚੁੱਕੇ ਹਾਂ, ਆਲਰੇਡੀ ਨੋਨ ਹੈ, ਬਟ ਨਾਲ ਉਹ ਹਾਇਰ ਡੈਜ਼ਿਗਨੇਸ਼ਨ ਤੇ ਹੈ। ਐਂਡ ਸੈਕਿੰਡ ਇੰਪੋਰਟੈਂਟ ਥਿੰਗ ਇਜ਼ ਕਲੀਗਸ ਨੂੰ ਵੀ ਸੈਮੀ ਫਾਰਮਲ ਕੈਟਾਗਰੀ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ। ਥਰਡ ਇਜ਼ ਇਨਫਾਰਮਲ ਲੈਟਰ। ਇਨਫਾਰਮਲ ਲੈਟਰ ਉਹਨਾਂ ਨੂੰ ਲਿਖੀ ਜਾਂਦੀ ਹੈ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਜ਼ਿਆਦਾ ਫਰੈਂਕ ਹਾਂ, ਠੀਕ ਹੈ, ਮੀਨਸ ਵੈਲ ਨੋਨ ਆ, ਲਾਈਕ ਸਾਡੇ ਫੈਮਿਲੀ ਮੈਂਬਰਸ, ਕਜ਼ਨ, ਰਿਲੇਟਿਵਸ, ਨੇਬਰ, ਉਹ ਵਾਲੇ ਸਾਰੇ ਪਰਸਨ ਕਿਹਦੇ ਵਿੱਚ ਆਉਂਦੇ ਆ, ਇਨਫਾਰਮਲ ਲੈਟਰ ਦੇ ਵਿੱਚ ਆਉਂਦੇ ਆ। ਨਾਓ आफ्टर क्लियरिंग द डिफरेंस कि फॉर्मल लेटर लिख रहे हैं, सेमी फॉर्मल लिख रहे हैं और इनफॉर्मल लिख रहे हैं, नाउ हाउ टू राइट दीज लैटर्स। फर्स्ट इज फॉर्मल लैटर। देखो फॉर्मल लैटर ते सैमी फॉर्मल ਨੂੰ ਥੋੜਾ ਇਕੱਠਾ ਡਿਸਕਸ ਕਰਾਂਗੇ ਬਿਕਾਜ਼ ਇਹੀ ਦੋ ਟਾਈਪਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ ਤੇ ਮਿਸਟੇਕਸ ਕਰਕੇ ਆਉਂਦੇ ਆ, ਹਨਾ, ਬਲੰਡਰ ਕਰ ਦਿੰਦੇ ਆ। ਆਈ ਮਾਈਟ ਸੇ ਇਨਫॉर्मल ਲੈਟਰ ਦਾ ਸਾਨੂੰ ਕਲੀਅਰ ਹੋ ਜਾਂਦਾ ਹੈ, ਟਾਈਟਲ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਇਨਫॉर्मल ਲੈਟਰ ਹੈ, ਬਟ ਗਾਇਜ਼ ਤੁਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਹੋ ਫਾਰਮਲ ਐਂਡ ਸੈਮੀ ਫਾਰਮਲ ਦੇ ਵਿੱਚ। ਜਦੋਂ ਵੀ ਫਾਰਮਲ ਲੈਟਰ ਆਏਗੀ ਤਾਂ ਤੁਸੀਂ ਸਟਾਰਟਿੰਗ ਕਰੋਗੇ ਡੀਅਰ ਸਰ ਔਰ ਡੀਅਰ ਮੈਡਮ। ਔਰ ਗਾਇਜ਼ ਅਗਰ ਤੁਸੀਂ ਬਹੁਤ ਜ਼ਿਆਦਾ ਕੌਨਸ਼ੀਅਸਲੀ ਉੱਥੇ ਬੈਠੋਗੇ ਨਾ ਤਾਂ ਕਈ ਵਾਰ ਉਹਨਾਂ ਨੇ ਕੁਐਸਚਨ ਬੁਕਲੇਟ ਤੇ ਹੀ ਸਟਾਰਟਿੰਗ ਸੈਲੂਟੇਸ਼ਨ ਉਹ ਕਰਕੇ ਦੇ ਦਿੰਦੇ ਨੇ, ਲਾਈਕ ਯੂ ਸ਼ੁੱਡ ਰਾਈਟ ਐਜ਼ ਜਾਂ ਸਟਾਰਟ ਰਾਈਟਿੰਗ ਐਜ਼ ਡੀਅਰ ਸਰ ਔਰ ਮੈਡਮ, ਐਜ਼ ਇਟ ਇਜ਼ ਲਿਖ ਕੇ ਆ ਜਾਓ, ਜੋ ਵੀ ਉਹਨਾਂ ਨੇ ਲਿਖਿਆ, ਡੀਅਰ ਸਰ ਲਿਖਿਆ, ਡੀਅਰ ਮੈਡਮ ਲਿਖਿਆ ਜਾਂ ਡੀਅਰ ਸਰ ਔਰ ਮੈਡਮ ਲਿਖਿਆ, ਉਸ ਤਰ੍ਹਾਂ ਹੀ ਲਿਖ ਕੇ ਆ ਜਾਓ, ਠੀਕ ਹੈ। ਸੋ ਡੀਅਰ ਸਰ ਲਿਖਣ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਕੀ ਕਰਾਂਗੇ, ਗ੍ਰੀਟਿੰਗਸ ਲਿਖ ਸਕਦੇ ਹਾਂ। ਇਸ ਤੋਂ ਬਿਨਾਂ ਹੋਰ ਕੁਝ ਨਹੀਂ ਲਿਖਣਾ, ਲਾਈਕ ਆਈ ਹੋਪ ਯੂ ਆਰ ਗੁੱਡ, ਆਈ ਹੋਪ ਯੂ ਆਰ ਹੇਲ ਐਂਡ ਹਾਰਟੀ, ਇਸ ਤਰ੍ਹਾਂ ਦਾ ਕੁਝ ਵੀ ਵਰਡਿੰਗਸ ਨਹੀਂ ਲਿਖਣੀ, ਕੋਈ ਇਡੀਓਮੈਟਿਕ ਟੋਨ ਨਹੀਂ ਯੂਜ਼ ਕਰਨੀ। ਤਾਂ ਸਿੰਪਲ ਤੁਸੀਂ ਕੀ ਲਿਖ ਸਕਦੇ ਹੋ, ਗ੍ਰੀਟਿੰਗਸ ਲਿਖ ਸਕਦੇ ਹਾਂ, ਬਿਕਾਜ਼ ਦ ਪਰਸਨ ਇਜ਼ ਅ ਪ੍ਰੋਫੈਸ਼ਨਲ ਪਰਸਨ ਕੀ ਹੈ, ਹਾਈ ਡੈਜ਼ਿਗਨੇਸ਼ਨ ਤੇ ਉਹਨੂੰ ਆਪਾਂ ਇਹ ਨਹੀਂ ਕਹਾਂਗੇ ਨਾ ਆਈ ਹੋਪ ਯੂ ਆਰ ਗੁੱਡ, ਹਾਊ ਆਰ ਯੂ, ਕੁਐਸਚਨਸ ਇਸ ਤਰ੍ਹਾਂ ਦੇ ਤੁਸੀਂ ਸਿਲੀ ਮਿਸਟੇਕਸ ਨਹੀਂ ਕਰੋਗੇ। ਸੋ ਗ੍ਰੀਟਿੰਗਸ ਲਿਖਣ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਇੰਟਰੋਡਕਸ਼ਨ ਸਟਾਰਟ ਕਰ ਸਕਦੇ ਹੋ। ਇੰਟਰੋਡਕਸ਼ਨ ਸਟਾਰਟ ਹੋਏਗੀ 3 to 4 ਲਾਈਨਸ ਦੇ ਵਿੱਚ। ਨਾਓ ਗਾਈਜ਼ ਜਿਸ ਤਰ੍ਹਾਂ ਅਸੀਂ ਐਸੇ ਰਾਈਟਿੰਗ ਕਰਦੇ ਹਾਂ, ਫਰਸਟ ਇੰਟਰੋਡਕਸ਼ਨ, ਦੈਨ ਬੀਪੀਜ਼, ਦੈਨ ਕਨਕਲੂਜਨ ਲਿਖਦੇ ਹਾਂ, ਸੇਮ ਵੇ ਹੀ ਅਸੀਂ ਇੱਕ ਲੈਟਰ ਨੂੰ ਪਰਫਾਰਮ ਕਰਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇੰਟਰੋ ਦਿੰਦੇ ਹਾਂ। ਇੰਟਰੋ ਦੇ ਵਿੱਚ ਅਸੀਂ ਦੱਸਦੇ ਹਾਂ ਇੰਟਰੋ ਦਾ ਮੇਨ ਏਮ ਕੀ ਹੁੰਦਾ ਹੈ। ਇੰਟਰੋਡਕਸ਼ਨ ਅਸੀਂ ਇਸ ਲਈ ਹੀ ਲਿਖਦੇ ਹਾਂ ਕਿ ਅਸੀਂ ਉਸਨੂੰ ਆਪਣਾ ਪਰਪਸ ਔਰ
एम ऑफ राइटिंग एक्सप्लेन कर चुके कि असी ये पर्टिकुलर लैटर क्यों लिख रहे हैं, ठीक है। सो इंट्रोडक्शन शुड बी ऑफ 3 to 4 लाइन्स जिहदे विच तुसी पर्पस या एम इंट्रोड्यूस करोगे। तुसी अपना नेम नहीं दसना, अपने बारे कुछ नहीं दसना या फिर कोई इलैबोरेशन नहीं करनी, सिर्फ और सिर्फ उसदे विच तुसी हैडिंग पढ़ के एक एम दसना है कि मैं ये लैटर क्यों लिख रहा, ठीक है। कोई लैटर तुसी कोई चीज एनक्वायर करने के लिए लिख रहे हो, सो आई एम पेनिंग डाउन दिस एपिसल, आई एम राइटिंग दिस लेटर, है ना, टू एनक्वायर अबाउट डैश डैश डैश, बस उस दे बारे ही लिखना है। या फिर तुसी किसी भी चीज़ दे होर किसी चीज़ बारे लिख रहे हो या किसी कॉन्सर्ट बारे तुसी एनक्वायर करना चाह रहे हो, कुछ भी इन्फॉर्मेशन लैनी है, सो सिर्फ और सिर्फ तुसी पर्पस और एम ऑफ लैटर उत्थे लिख के आना इन द इंट्रोडक्शन, ओके। उस तो बाद बीपीज लिखांगे, BP1 तुसी बनाओगे, BP2 2 BPs आर मोर देन सफिशिएंट, 3 BPs कदे भी ना बना के आओ, ठीक है। उन्होंने नहीं हो सकता तुहानू 3 पॉइंट्स पूछे 4 पॉइंट्स पूछे तो अकॉर्डिंगली उन्होंने तुसी बैलेंस कर लो कि मैं 2 पॉइंट्स BP1 दे विच दूँ, 2 पॉइंट्स BP2 दे विच दूंगा, 3 BP दी जिहड़ा थर्ड BP हुंदा उसकी कोई जरूरत ही नहीं है, तो बना के भी ना टाइम वेस्ट होएगा। एंड दे विच क्लोजिंग लाइन, जिवें ऐसे दे विच कंक्लूजन दिंदे आ, इस दे विच क्लोजिंग लाइन इज मैंडेटरी, वो मैं दसदी हां किस तरह लिख के आओगे, फाइन। सो इंट्रोडक्शन होगी, उस तो बाद असीं BP स्टार्ट करांगे। BP1 दे विच 6 to 7 लाइन्स तुसीं लिख सकदे हो। हुण देखो तुहानूं बुलेट पॉइंट्स दिते हुंदे ने एज लाइक स्पीकिंग, है ना, अगर मैं कहां इस तरह लैटर्स दे विच भी सानूं बुलेट पॉइंट्स दिते हुंदे ने फर्स्ट सैकेंड थर्ड या 4 करके कि ये चीज़ां तुसीं एक्सप्लेन करनी है। एंड गाइस मेक श्योर कि तुसीं वो सारे दे सारे बुलेट पॉइंट्स नूं 1 by 1 एक्सप्लेन करके आओ। ये जरूरी नहीं है कि उन्हां नूं एक सीक्वेंस दे विच एक्सप्लेन करके आओ, बट गाइस मेक श्योर कि वो सारे दे सारे एक्सप्लेन करके जरूर आओ। अगर एक भी मिस हो गया, टास्क रिस्पॉन्स दे बैंड नहीं आउणगे, सो पहला तो ही माइंडसैट बना लो, कॉन्शियसली बैठो, 1-on-1 परफॉर्म करो, फाइन। सो फर्स्ट एंड सैकेंड पॉइंट ने जिहड़े इंपॉर्टेंट पॉइंट ने, मेन पॉइंट्स ने, उन्होंने तुसीं एक्सप्लेन करो BP1 दे विच। हमेशा BP1 दे विच वो चीज़ एक्सप्लेन करो जिहदे उपर लैटर बेस्ड है या फिर मेन चीज़ है, ठीक है, उसनूं एक्सप्लेन करो। BP2 दे विच तुसीं फर्स्ट सैकेंड इत्थे करता, थर्ड पॉइंट रह गया उसनूं एक्सप्लेन कर दो, या फर्स्ट सैकेंड थर्ड ते फोर्थ भी रह गया उसनूं BP2 दे विच एक्सप्लेन कर दो। मीनस फर्स्ट सैकेंड पॉइंट मेन पॉइंट जिहड़े ने BP1 दे विच एक्सप्लेन हो चुके, जिहड़ी बाकी चीज़ रह गई उन्होंने BP2 दे लई रख लो। BP2 दे विच यू कुड राइट ईदर 5 लाइन्स 6 लाइन्स या 7 लाइन्स भी लिख सकते हो, इस तो ज़्यादा ना लिख के आओ, ठीक है। वो पॉइंट्स नूं प्रॉपर लिख के इलैबोरेट करके आओ, BP1 दे विच भी इलैबोरेट करो, BP2 दे विच भी इलैबोरेट करो। अगर BP2 दे विच तुहाडे कोल सिर्फ एक पॉइंट है लिखण दे लई, तां तुहानूं लगदा है कि साडी वर्ड लिमिट मीनस वर्ड लेंथ BP1 वड्डा हो गया, BP2 छोटा हो रहा है, ठीक है, तो BP2 नूं इलैबोरेट किस तरह कर सकदे हो, उहदे विच तुसीं प्रोवाइड कर सकदे हो सुजैशंस or you could ask any question, ठीक है, because it is a formal letter. So if the letter is demanding कि तुसीं कोई suggestion provide करो तो जरूर suggestion provide करके हो, and if the letter is demanding कि तुसीं उस तो कोई question पूछो तो तुसीं question भी पूछ सकते हो। punctuation marks का ध्यान रखना है, like greeting तो बाद exclamation लाया तो question जो पूछ रहे हो उदों तुसीं क्वेश्चन मार्क पीछे लगा के आओ, फाइन। एंड दे विच क्लोजिंग लाइन्स 2-3 लाइन्स लिख के आनियां ने, मीनस उन्होंने क्लोज करो, लाइक इफ यू नीड फर्दर असिस्टेंस या फर्दर असिस्टेंस इज रिक्वायर्ड फील फ्री टू कॉन्टैक्ट मी, इस तरह की वर्डिंग तुसीं लिख के आ सकते हो। इट इज एंटीसिपेटेड दैट, इस तरह की वर्डिंग तुसीं लिख के आ सकते हो, ठीक है। एंड गाइज वेरी इंपॉर्टेंट थिंग हियर टू नोट फॉर UGT स्टूडेंट्स इज क्लोजिंग लाइन्स नूं हमेशा पैसिव स्टेटमेंट्स दे विच यूज करो। पैसिव दे विच जदों यूज करोगे, बिलीव मी गाइज, तुहाडी लैटर बहुत ज़्यादा इंप्रैसिव बन जाएगी एंड इट विल वर्क एज अ चेरी ऑन द केक फॉर यू गाइज, फाइन। एंड दे विच एंडिंग किवें करनी है बहुत जरूरी है, इनू तुसीं एंड करके आओगे योर्स फेथफुली, कॉमा लगा दोगे एंड ते हमेशा अपना फुल नेम लिख के आओगे। ये नहीं कि ABC XYZ लिखता और एज माई फुल नेम इज परनीत कौर, मैं कल्ला परनीत लिख के आ गई, है ना। फुल नेम किस तरह का होना चाहिए, जिहड़ा तुहाडे पासपोर्ट ते है ना, लाइक अगर तुसीं अपना सरनेम लगाउने हो पासपोर्ट ते तां लगा के आओ, अगर नहीं लगाउने तां ना लगा के आओ, फाइन। सो फुल नेम योर्स फेथफुली, फुल नेम, ठीक है, फेथफुली स्पैलिंग्स का भी तुसीं ध्यान रखना है, फाइन। सो ये है एग्जैक्ट फॉर्मेट, एग्जैक्ट वे हाउ टू राइट अ फॉर्मल लैटर। आई होप इट इज क्लीयर। नाउ सैमी फॉर्मल लैटर, सैमी फॉर्मल लैटर नूं स्टार्टिंग किवें करोगे, उसदे विच तुसीं स्टार्ट कर सकते हो मिस्टर, मिस और मिसेस लगा के। इसनूं असीं स्टार्ट कीता सी डियर सर और मैडम दे नाल। फॉर्मल नूं सैमी फॉर्मल नूं असीं स्टार्ट कर सकते हैं डियर मिस्टर स्मिथ, डियर मिस लीना, है ना। जिस तरह भी डिमांड है लैटर की, किस नूं तुसीं लिख रहे हो
या फिर सेम वे अगर उन्होंने प्रोवाइड किया कि इस तरह स्टार्ट करो तो उस तरह सेम वे तुसी स्टार्ट करके आ सकते। दैन इफ यू वांट टू राइट ग्रीटिंग्स तो तुसी ग्रीटिंग्स वर्ड लिख सकते। इस तो बिना होर कोई वर्डिंग नहीं लिख के आनी, लाइक होप यू आर हेल एंड हार्टी, इफ इट इज अ फिडल, हाउ आर यू, इस तरह का कुछ भी नहीं लिखना, बिकॉज ये भी सैमी फॉर्मल लैटर है। सैमी फॉर्मल लैटर भी असीं उस परसन नूं लिख रहे हैं जिहड़ा हायर डेजिग्नेशन ते हैगा बट सानू ऑलरेडी नोन है, असीं ऑलरेडी मीट कर चुके हैं उस परसन नूं। फाइन। दैन बिच वाली चीज़ां BP1 किस तरह लिखना है, BP2 किस तरह लिखना है, इंट्रोडक्शन किस तरह लिखनी है, वो सेम होएगा लाइक एज फॉर्मल लैटर। हाउएवर एंडिंग दे विच डिफरेंस होएगा, उन्होंने असीं एंड कीता सी योर्स फेथफुली दे नाल, इसनों असीं एंड करांगे योर्स सिंसीयरली दे नाल। गाइस ये बहुत छोटी छोटी चीज़ां ने बट बिलीव मी दीज मैटर अ लॉट। ਇਹਦੇ ਉੱਪਰ ਹੀ ਤੁਹਾਡਾ ਬੈਂਡ ਸਕੋਰ ਡਿਸਾਈਡ ਹੁੰਦਾ ਹੈ। ਇਹੀ ਚੀਜ਼ਾਂ ਡਿਸਾਈਡ ਕਰਦੀਆਂ ਨੇ ਕਿ 5 ਬੈਂਡ ਦੀ ਰਾਈਟਿੰਗ ਕਿਸੇ ਨੇ ਲਿਖੀ ਹੈ, 6 ਦੀ ਲਿਖੀ ਹੈ, 7 ਔਰ 7+ ਦੀ ਲਿਖੀ ਆਇਓ। ਫਾਈਨ। ਸੋ ਐਂਡ ਦੇ ਵਿੱਚ ਤੁਸੀਂ ਆਪਣਾ ਫੁੱਲ ਨੇਮ ਹੀ ਪ੍ਰੋਵਾਈਡ ਕਰਕੇ ਆਓਗੇ, ਕਿਸ ਤਰ੍ਹਾਂ ਐਜ਼ ਪਰ ਯੋਰ ਪਾਸਪੋਰਟ। ਫਾਈਨ। ਨਾਓ देयर आर few things ਜਿਹੜੀਆਂ ਤੁਸੀਂ ਧਿਆਨ ਰੱਖਣੀਆਂ ਨੇ while writing a formal and semi formal letter। Number 1 is there should be no idiomatic tone or there should be no idioms। जिवें मैं पहला ही किया हेल एंड हार्टी, फिट एज द फिडल, या फिर बिच भी अगर आप कह दें इट वॉज द नीड ऑफ द आर, यू हेल्प मी एट एन 11th आवर, है ना। इस तरह ने कोई भी ईडियम्स या फिर इडियोमैटिक टोन नहीं होनी चाहिए इन योर फॉर्मल एंड सेमी फॉर्मल लेटर। सेकेंड इज देयर शुड बी नो स्लैंग्स लाइक यप ये, इस तरह ने कोई भी स्लैंग्स नहीं होने चाहिए। देयर शुड बी नो एब्रीवेशंस, कुछ भी लिख के आ रहे हो है ना, फॉर एग्जाम्पल EG इस तरह नहीं लिखना, पूरा लिख के आओ, एटसेट्रा ETC नहीं लिखना, पूरा लिख के आओ। कोई भी एब्रीवेशन शॉर्ट फॉर्म नहीं होनी चाहिए इन योर फॉर्मल एंड सेमी फॉर्मल लेटर। ठीक है। लास्ट इज जो तुसी लिख रहे हो ऑलवेज बी पोलाइट। यस गाइस यू हर्ड मी राइट, पोलाइटनेस हमेशा स्पीकिंग दे विच ही नहीं मैटर करती, राइटिंग दे विच भी मैटर करती है, स्पेशली व्हेन यू आर राइटिंग फॉर्मल एंड सेमी फॉर्मल लेटर। हुण पोलाइट किस तरह लिख के आ सकते हो, इंस्टेड ऑफ राइटिंग प्लीज यू कुड राइट काइंडली, है ना। इंस्टेड ऑफ राइटिंग कैन तुसी की यूज कर सकते हो, कुड यूज कर सकते हो। तो हमेशा अपनी लैंग्वेज नूं, अपनी वर्डिंग नूं पोलाइट रखो, बिकॉज तुसी उस पर्सन नाल गल कर रहे हो जिहड़ा कि प्रोफैशनल है एंड हायर डेजिग्नेशन ते है। ठीक है। सो आई होप ये चीज़ां छोटिया छोटिया चीज़ां तुहानूं क्लीयर हो चुकियां ने कि फॉर्मल नूं किस तरह लिखना है, किस की चीज़ां अवॉइड करनियां ने, एंड सैमी फॉर्मल नूं किस तरह लिख। लास्ट बट नॉट लीस्ट इज इनफॉर्मल लैटर। इनफॉर्मल लैटर किस नूं लिखी जाती है, वी ऑलरेडी नो, फ्रेंड्स फैमिली मैंबर्स, वो पर्सन जिहदे नाल असीं वैल नोन आ, साडे नेबर्स हो गए है ना, साडे कजन हो गए, उन्हां नूं लिखी जाती है। सो स्टार्ट असीं सेम वे करांगे, डियर सैम मीनस असीं फ्रेंड नूं लिख रहे हैं, कजन नूं लिख रहे हैं, किस नूं भी लिख रहे हैं, है ना। तो डियर सैम, डियर रीना, डियर परनीत, है ना, डियर आजाद, किस तरह भी तुसीं स्टार्ट कर सकते हो। उसका मीनस फर्स्ट नेम तुसीं लिख सकते हो वो पर्सन का, दैन कॉमा, दैन तुसीं की कर सकते हो, तुसीं लिख सकते हो एक वधिया जी स्टार्टिंग लाइन लाइक होप यू आर इन गुड हेल्थ, है ना, होप यू आर फिट एज अ फिडल। जे किसी फैमिली मैंबर नूं लिख रहे हो, कजन नूं लिख रहे हो या फ्रेंड नूं लिख रहे हो, तुसीं पूछ भी सकते हो हाउ इज एवरीथिंग एट होम, आई होप यू आर इन अ गुड हेल्थ। इस तरह तुसीं उसनूं स्टार्ट कर सकते हो। एंड गाइज इहदे नाल नाल पंक्चुएशन मार्क्स का भी बहुत ज़्यादा ध्यान रखना है। फाइन। नैक्सट आ गया इंट्रोडक्शन। इंट्रोडक्शन सेम वे तुसीं 3-4 लाइन्स दे विच लिखनी है। देखो इंट्रोडक्शन BP1 BP2 लिखना सेम तरीके नाल हुंदा, लाइक इंट्रोडक्शन दे विच यू विल एक्सप्लेन द पर्पस ऑफ राइटिंग, एम ऑफ राइटिंग। BP1 दे विच सेम तुसीं मेन पॉइंट्स फर्स्ट एंड सैकेंड पॉइंट एक्सप्लेन करोगे। BP2 दे विच तुसीं किस तरह एक्सप्लेन करोगे, थर्ड पॉइंट में एक्सप्लेन कर सकते हो, कोई सुजैशन दे सकते हो, इस तरह। Then is closing lines। closing line भी इसदियां डिफरेंट होंगे बिकॉज ये इनफॉर्मल टाइप है। closing line दे विच तुसीं किस तरह करोगे, होप टू सी यू सून, होप टू हीयर फ्रॉम यू सून, या फिर लाइक तुसीं किसी फ्रेंड नूं इनवाइट कीता सी डिनर, उस प्रॉपर चीज़ दे रिगार्डिंग तुसीं लेटर लिख रहे हो, उदों भी तुसीं पूछ सकते हो या कह सकते हो आई होप यू एंजॉय द डिनर, एंजॉय द मील एट माई होम, है ना। इस तरह दी चीज़ां तुसीं क्लोजिंग लाइन दे विच उसनूं लिखो। फाइन। लाइक सी यू सून या फिर लेट्स प्लान एनी गेट टूगैदर, इस तरह तुसीं कुछ भी क्लोजिंग लाइन्स उत्थे लिख के आ सकते हो। एंडिंग किवें करोगे, लाइक योर्स फेथफुली फॉर्मल दे विच कीता सी, योर्स सिंसीयरली सैमी फॉर्मल दे विच कीता सी, ते इहदे विच असीं करांगे योर्स ट्रूली और योर्स लविंगली। ठीक है। फिर तुसीं प्रोवाइड करोगे अपना फर्स्ट नेम, लाइक आई राइट परनीत, इफ यू आर रुपिंदर कौर यू विल राइट रुपिंदर, इफ यू आर आजाद सिंह यू विल राइट आजाद। ठीक है। इस तरह तुसीं इसनूं करके आओगे। नाउ what are the do's and don'ts while writing informal letter। informal letter दे विच हमेशा तुसी idioms यूज करके ही करके आओ, idiomatic tone होनी चाहिए because informal letter is something which we are writing to a person who is very well known to us, है ना। तो असी idioms विच भी तुसी idioms लिख के आ सकते हो, like
किसी ने हेल्प की, यू हेल्प्ड मी एट एन 11th आवर, या हैप्पीनेस वाले ईडियम्स है ना जो तुसी मिले, तुसी बहुत हैप्पी सीगे, आई वाज ऑन द क्लाउड 9। एक्सप्रैस करके आओ, एक्सप्रैसिव वे दे विच लिख के आओ, एंगर एक्सप्रैस कर रहे हो, हैप्पीनेस कर रहे हो, या कुछ भी एक्सप्रैस कर रहे हो, ईडियम्स तुसी यूज करके आ सकते हो। सेकंड इज कॉन्ट्रैक्शंस। कॉन्ट्रैक्शंस आई रिकमेंड हमेशा यूज करके हो, लाइक मैं इत्थे यूज किया यू आर है ना, आई दे आर, कुड वुड, इस तरह दी कॉन्ट्रैक्शंस तुसी जरूर यूज करके हो। 2 to 3 होनियां ही होनियां चाहिए ने इन योर इनफॉर्मल लैटर, ਜਿਹੜੀ ਤੁਹਾਨੂੰ ਇੱਕ ਡਿਫਰੈਂਟ ਬਣਾਏਗੀ ਤੁਹਾਡੀ ਲੈਟਰ ਨੂੰ ਫਰੋਮ ਦ ਫਾਰਮਲ ਐਂਡ ਦ ਸੈਮੀ ਫਾਰਮਲ। ਫਾਈਨ। ਦੈਨ ਐਬਰੀਵੇਸ਼ਨਸ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਲਾਈਕ ETC, PM, AM ਹੈ ਨਾ, ਬੈਂਕਸ ਜਿਵੇਂ HDFC, ਇਸ ਤਰ੍ਹਾਂ ਦੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਬਟ देयर शुड बी नो स्लैंग्स, ये ਯਕ ਇਹ ਇਹਦੇ ਵਿੱਚ ਵੀ ਪ੍ਰੋਹਿਬਿਟਡ ਨੇ, ਨਹੀਂ ਹੋਣੇ ਚਾਹੀਦੇ। ਨੈਕਸਟ ਇਜ਼ ਬੀ ਫਰੈਂਕ। ਇਹਦੇ ਵਿੱਚ ਤੁਸੀਂ ਫਰੈਂਕ ਟੋਨ ਯੂਜ਼ ਕਰ ਸਕਦੇ ਹੋ, ਲਾਈਕ ਅਸੀਂ ਈਡੀਅਮਸ ਯੂਜ਼ ਕਰ ਰਹੇ ਹਾਂ, ਬਟ रूड नहीं होना चाहिए। ये नहीं कि तुसी लिखते लिखते एकदम रूड हो गए है ना, उन्होंने गालां ही कढ़नियां स्टार्ट करके, इस तरह नहीं होना। फ्रैंक तुसी रहो राइटिंग दे विच, बट रूड ना हो, ठीक है। नैक्सट इज ਹੁਣ ਲਿਖਦੇ ਲਿਖਦੇ ਤੁਸੀਂ BP1 ਆਪਣਾ ਕੰਪਲੀਟ ਕਰ ਲਿਆ, BP2 ਦੇ ਵਿੱਚ ਤੁਸੀਂ ਉਹਨੂੰ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਕੁਝ ਆਪਣਾ ਐਕਸਪ੍ਰੈਸ ਕਰਨਾ ਚਾਹੁੰਦੇ ਹੋ, ਤੁਸੀਂ ਸਟਾਰਟ ਕਰ ਸਕਦੇ ਹੋ। ਸਟਾਰਟਿੰਗ ਤੋਂ ਹੀ ਗੈਸ ਵਾਟ, ਓ ਯੈਸ, ਇਸ ਤਰ੍ਹਾਂ ਦੀ ਵਰਡਿੰਗਸ, ਇਸ ਤਰ੍ਹਾਂ ਦੀ ਇਡੀਓਮੈਟਿਕ ਟੋਨਸ ਤੁਸੀਂ ਯੂਜ਼ ਕਰ ਸਕਦੇ ਹੋ। ਐਂਡ ਉਹਦੇ ਨਾਲ ਨਾਲ ਮੈਂ ਬਾਰ-ਬਾਰ ਕਹਿ ਰਹੀ ਹਾਂ ਗਾਇਸ, ਪੰਕਚੁਏਸ਼ਨ ਮਾਰਕਸ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖ ਕੇ ਆਣਾ ਹੈ, ਕੌਮਾਸ ਦਾ, ਹਨਾ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇਗੀਆਂ। ਫਾਈਨ। So I hope guys, what is the exact format of letter writing GT students ਲਈ task 1 है ना, how to write letters, किस तरह ਦੇ do's and don'ts ਕਿਹੜੇ ਨੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ clear ਹੋ ਗਈਆਂ। If you have any doubts, ਕੋਈ further doubts ਨੇ, do write me in the comment section. Thank you so much. Bye bye. Take care.